हाँ, वाहिगुरू जी का खालसा वाहिगुरू जी की फतेह। ਪੰਜਾਬ ਵਾਸੀਆਂ ਵੱਲੋਂ ਤੇ ਭਾਰਤ ਦੇ ਸਮੂਹ ਬਸ਼ਿੰਦਿਆਂ ਵੱਲੋਂ ਜਿਹੜਾ ਕਿਸਾਨ ਅੰਦੋਲਨ ਆਰੰਭਿਆ ਹੋਇਆ ਵਾ, ਉਹਨੂੰ ਮੁੱਖ ਰੱਖਦਿਆਂ ਹੋਇਆਂ ਪੂਰੇ ਵਿਸ਼ਵ ਵਿੱਚੋਂ, ਦੇਸ਼ ਵਿੱਚੋਂ ਤੇ ਵਿਦੇਸ਼ਾਂ ਵਿੱਚੋਂ ਬਹੁਤ ਸਾਰੇ ਜਿਹੜੇ ਕਿਸਾਨ ਵੀਰ ਭੈਣ ਭਾਈ ਆ ਤੇ ਗੁਰੂ ਪਿਆਰੇ ਨੇ ਜਿਹੜੇ ਉਹ ਆਪਦੇ ਵੱਲੋਂ ਬਣਦਾ ਜਿੰਨਾ ਵੀ ਮਾਣ ਸਤਿਕਾਰ ਸਹਿਯੋਗ ਆ ਉਹ ਉਹਨਾਂ ਕਿਸਾਨਾਂ ਦੇ ਹੱਕ ਵਿੱਚ ਦੇ ਰਹੇ ਨੇ। ਤੇ ਇਸੇ ਤਰ੍ਹਾਂ ਜਿੱਥੇ ਹੋਰ ਪਾਸੇ ਤੋਂ ਬਹੁਤ ਸਾਰੀ ਸਪੋਰਟ ਮਿਲ ਰਹੀ ਆ, ਚਾਹੇ ਉਹ ਸਾਨੂੰ ਮਾਲੀ ਸਪੋਰਟ ਆ ਤੇ ਇਦਾਂ ਹੀ ਇੱਕ ਮੋਰਲ ਸਪੋਰਟ ਆ ਜਿਹੜੀ ਕੈਨੇਡਾ ਦੇ ਵਿੱਚੋਂ ਵੱਖ-ਵੱਖ ਜਗ੍ਹਾਵਾਂ ਤੋਂ ਧਰਨਿਆਂ ਦੇ ਦੁਆਰਾ, ਜਲੂਸ ਜਲਸਿਆਂ ਦੇ ਥਰੂ ਆਮ ਤੌਰ ਤੇ ਦਿੱਤੀ ਜਾਂਦੀ ਹੈ। ਇੱਕ ਪ੍ਰੈਸ ਨੋਟ ਜਾਰੀ ਹੋਇਆ ਹੈ ਓਨਟਾਰੀਓ ਦੇ ਵਿੱਚੋਂ ਤੇ ਮੈਂ ਇਸ ਵੇਲੇ ਬਰੈਂਪਟਨ ਚੋਂ ਬੋਲ ਰਿਹਾ ਹਾਂ ਤੇ ਇਹ ਜਿਹੜਾ ਨੋਟਿਸ ਆ, ਜਿਵੇਂ ਇਹਨਾਂ ਸਮਿਆਂ ਦੇ ਵਿੱਚ ਇਦਾਂ ਦੇ ਅੰਦੋਲਨ ਦੇ ਵਿੱਚ ਜਿਹੜੀਆਂ ਸਿੱਖ ਸੰਸਥਾਵਾਂ ਆ, ਖਾਸ ਕਰਕੇ ਗੁਰਦੁਆਰਾ ਸਾਹਿਬ ਜਾਂ ਹੋਰ ਜਿੰਨੀਆਂ ਵੀ ਜਥੇਬੰਦੀਆਂ, ਉਹਨਾਂ ਦਾ ਇਹ ਫਰਜ਼ ਬਣਦਾ ਹੁੰਦਾ ਹੈ ਬਈ ਉਹ ਆਪਦੇ ਵੱਲੋਂ ਜਿੰਨਾ ਕੁ ਹੋ ਸਕੇ ਇਦਾਂ ਦੀ ਮੂਵਮੈਂਟ ਦੇ ਲਈ ਆਪਣਾ ਜਿਹੜਾ ਸਹਿਯੋਗ ਆ ਉਹ ਕਿਸੇ ਨਾ ਕਿਸੇ ਤਰੀਕੇ ਜ਼ਰੂਰ ਦੇਵੇ। ਤੇ ਇਸੇ ਤਰ੍ਹਾਂ ਗੁਰਦੁਆਰਾ ਗੁਰੂ ਨਾਨਕ ਮਿਸ਼ਨ ਸੈਂਟਰ ਬਰੈਂਪਟਨ ਦੀ ਗੱਲ, ਗੁਰਦੁਆਰਾ ਸ਼ਹੀਦਗੜ੍ਹ ਸਾਹਿਬ, ਸਿੱਖ ਸਪਿਰਿਚੁਅਲ ਸੈਂਟਰ ਟੋਰਾਂਟੋ ਤੇ ਸਿੱਖ ਮੋਟਰਸਾਈਕਲ ਕਲੱਬ ਕੈਨੇਡਾ ਵੱਲੋਂ ਇੱਕ ਪ੍ਰੈਸ ਨੋਟ ਜਾਰੀ ਹੋਇਆ। ਇਹ ਵੈਸੇ ਤਾਂ ਜਿਹੜੇ ਨੌਜਵਾਨ ਵੀਰ ਭੈਣ ਭਾਈ ਆ ਉਹਨਾਂ ਨੇ ਪੜ੍ਹ ਵੀ ਲਿਆ ਹੋਏਗਾ, ਪੜ੍ਹਨਗੇ ਵੀ, ਅੰਗਰੇਜ਼ੀ ਤੇ ਪੰਜਾਬੀ ਵਿੱਚ ਇਹ ਛਪਿਆ ਹੈ। ਤੇ ਮੇਰਾ ਇਹ ਤੁਹਾਡੇ ਅੱਗੇ ਪੜ੍ਹ ਕੇ ਸੁਣਾਉਣ ਦਾ ਮਕਸਦ ਇਹ ਹੈ ਕਿ ਜਿਹੜੇ ਸਾਡੇ ਬਜ਼ੁਰਗ ਨੇ, ਖਾਸ ਕਰਕੇ ਜਿੱਦਾਂ ਮੈਂ ਫੋਟੋ ਦੇਖੇ ਨੇ, ਬਹੁਤ ਮਹਿਸੂਸ ਵੀ ਕਰ ਰਹੇ ਇੱਥੇ ਬੈਠ ਕੇ, ਤੇ ਜਿੱਦਾਂ ਉਹ ਟਰਾਲੀਆਂ 'ਚ ਬੈਠੇ, ਕਈ ਵਾਰੀ ਬਜ਼ੁਰਗ ਇਸ ਤਰ੍ਹਾਂ ਹੁੰਦੇ ਨੇ ਵੀ ਉਹ ਜਿਹੜੀ ਚੀਜ਼ ਸੁਣ ਕੇ ਜ਼ਿਆਦਾ ਜਲਦੀ ਸਮਝ ਜਾਂਦੇ ਹਨ। ਤੇ ਇਹ ਜਿਹੜਾ ਇੱਕ ਪ੍ਰੈਸ ਨੋਟ ਛਪਿਆ, ਇਹ ਮੈਂ ਸਿੱਧੇ ਤੌਰ ਤੇ ਜੇ ਬੇਨਤੀ ਕਰਾਂ ਵੀ ਇਹ ਉਹਨਾਂ ਬਜ਼ੁਰਗਾਂ ਦੇ ਵਾਸਤੇ ਆ ਜਿਹੜੇ ਕਦੀ ਮਤਲਬ ਰੱਬੀ ਸਬੱਬੀ ਪੜ੍ਹ ਵੀ ਨਹੀਂ ਸਕਦੇ ਜਾਂ ਜਿਹੜੇ ਸੁਣਨ ਦੇ ਜ਼ਿਆਦਾ ਸ਼ੌਕੀਨ ਆ। ਮੈਂ ਉਹਨਾਂ ਨੂੰ ਬੇਨਤੀ ਕਰਨੀ ਚਾਹੁੰਦਾ ਵੀ ਤੁਹਾਡੀਆਂ ਹੀ ਅਸੀਸਾਂ ਦੇ ਨਾਲ, ਤੁਹਾਡੇ ਸਹਿਯੋਗ ਨਾਲ ਜਿਹੜਾ ਪੰਜਾਬ ਇੱਥੇ ਕੈਨੇਡਾ 'ਚ ਵਸਿਆ ਆ, ਇਹ ਵੀ ਤੁਹਾਨੂੰ ਲੈ ਕੇ ਫਿਕਰਮੰਦ ਆ ਤੇ ਗਾਹੇ ਬਗਾਹੇ ਜਿੰਨਾ ਕੁ ਵੀ ਹੋ ਸਕਦਾ ਆ ਇਹ ਤੁਹਾਡੇ ਨਾਲ ਖੜਦਾ ਰਿਹਾ ਆ ਤੇ ਖੜ ਵੀ ਰਿਹਾ ਆ। ਸੱਚਾ ਪਾਤਸ਼ਾਹ ਮਿਹਰ ਕਰੇ, ਖੜਦਾ ਵੀ ਰਹੇ। ਤੇ ਇਹ ਆਪਾਂ ਮੈਂ ਤੁਹਾਨੂੰ ਪੜ੍ਹ ਕੇ ਸੁਣਾਉਣਾ ਹੈ। ਬੜੀਆਂ ਵਧੀਆ ਇਹਦੇ 'ਚ ਗੱਲਾਂ ਲਿਖੀਆਂ ਨੇ। ਪ੍ਰੈਸ ਨੋਟ ਆ, ਜੱਦੋ ਜਹਿਦ ਕਰ ਰਹੇ ਭਾਰਤੀ ਕਿਸਾਨਾਂ ਦੀ ਹਮਾਇਤ ਵਿੱਚ, ਭਾਰਤ ਦੇ ਜਿਹੜੇ ਕਿਸਾਨ ਆ ਉਹਨਾਂ ਸਾਰਿਆਂ ਦੀ ਹਮਾਇਤ ਵਿੱਚ ਆ। ਬਰੈਂਪਟਨ ਓਨਟਾਰੀਓ ਕੈਨੇਡਾ, ਦਸੰਬਰ 18, 2020। ਕੈਨੇਡਾ ਦੇ ਲੋਕ ਉਹਨਾਂ ਭਾਰਤੀ ਕਿਸਾਨਾਂ ਨਾਲ ਮੋਢਾ ਜੋੜ ਕੇ ਖੜੇ ਹਨ ਜੋ ਭਾਰਤ ਸਰਕਾਰ ਵੱਲੋਂ ਬਣਾਏ ਗਏ ਕਾਲੇ ਕਾਨੂੰਨਾਂ ਅਤੇ ਨਜਾਇਜ਼ ਕੰਮ ਕਰਨ ਦੇ ਤਰੀਕਿਆਂ ਵਿਰੁੱਧ ਜੱਦੋ-ਜਹਿਦ ਕਰ ਰਹੇ ਨੇ। ਜਿਹੜੇ ਤੁਸੀਂ ਜੱਦੋ-ਜਹਿਦ ਕਰ ਰਹੇ ਆ, ਤੁਹਾਡੇ ਇਸ ਮੂਵਮੈਂਟ ਦੇ ਵਿੱਚ ਇੱਥੋਂ ਦੇ ਜਿਹੜੇ ਵਸਿੰਦੇ ਨੇ ਉਹ ਤੁਹਾਡੇ ਨਾਲ ਮੋਢਾ ਜੋੜ ਕੇ ਖੜਦੇ। ਪਿਛਲੇ ਲੰਮੇ ਸਮੇਂ ਤੋਂ ਭਾਰਤ ਸਰਕਾਰ ਦੀ ਅਨਾਜ ਖਰੀਦਣ ਸੰਬੰਧੀ ਕਾਨੂੰਨ ਅਤੇ ਕੰਮ ਕਰਨ ਦੇ ਤਰੀਕਿਆਂ ਤੋਂ ਸਾਰੇ ਹੀ ਕਿਸਾਨਾਂ ਨੂੰ ਭਾਰੀ ਨੁਕਸਾਨ ਹੁੰਦਾ ਆ ਰਿਹਾ ਹੈ। ਬੜਾ ਨੁਕਸਾਨ ਹੋਇਆ ਕਿਸਾਨ ਵਰਗ ਦਾ। ਭਾਰਤ ਦੀ ਸਰਕਾਰ ਇਹ ਕਾਨੂੰਨ ਸਾਰੇ ਦੇਸ਼ ਵਿੱਚ ਇਕਸਾਰਤਾ ਅਤੇ ਇਕਸੁਰਤਾ ਨਾਲ ਲਾਗੂ ਨਹੀਂ ਕਰਦੀ ਕਿਉਂਕਿ ਲਾਗੂ ਨਾ ਕਰਨਾ ਹੀ ਇੱਥੇ ਡੈਮੋਕ੍ਰੇਸੀ ਮੰਨਿਆ ਜਾਂਦਾ ਹੈ। ਲੋਕਾਂ ਨੂੰ ਤੰਗ ਕਰਨਾ, ਪਰੇਸ਼ਾਨ ਕਰਨਾ, ਇਹਦਾ ਨਾਮ ਭਾਰਤ ਵਿੱਚ ਡੈਮੋਕ੍ਰੇਸੀ ਹੈ। ਉਹ ਲਾਗੂ ਨਹੀਂ ਕਰ ਰਹੀ, ਜਿਸ ਦੇ ਫਲਸਰੂਪ ਜਿਹੜੇ ਕਿਸਾਨ ਗਰੀਬ ਨੇ ਉਹ ਖੁਦਕੁਸ਼ੀਆਂ ਕਰ ਰਹੇ ਨੇ। ਸਰਕਾਰੀ ਅੰਕੜਿਆਂ ਦੇ ਅਨੁਸਾਰ, ਇਹ ਗਵਰਨਮੈਂਟ ਦਾ ਅੰਕੜਾ ਆ, ਨਾ ਕਿ ਕੋਈ ਐਵੇਂ ਗੱਪ ਆ, 2019 ਦੇ ਵਿੱਚ 10,281 ਕਿਸਾਨ ਜਿਹੜੇ ਆ ਉਹ ਆਤਮ ਹੱਤਿਆ ਕਰਕੇ ਮਰੇ। ਮਤਲਬ ਨਾਲੇ ਆਪਣਾ ਮੋਦੀ ਅੰਕਲ ਵੀ ਇਹ ਗੱਲ ਕਹਿੰਦਾ ਹੁੰਦਾ ਵੀ ਇਹ ਜੀ ਬਹੁਤ ਵੱਡਾ ਮੁਲਕ ਹੈ ਜਿਹੜਾ ਲੋਕਤੰਤਰ ਦੀ ਗੱਲ ਕਰਦਾ, ਲੋਕਤੰਤਰ 'ਚ ਦੁਆਲਾ ਨਿਕਲਿਆ, ਧੂੰਆਂ ਨਿਕਲਿਆ ਵੀ 10,281 ਕਿਸਾਨ ਜਿਹੜੇ ਆ ਉਹ ਆਤਮ ਹੱਤਿਆ ਕਰਕੇ ਮਰੇ। ਕੈਨੇਡਾ ਦੇ ਸਾਰੇ ਪ੍ਰਮੁੱਖ ਸ਼ਹਿਰਾਂ ਵਿੱਚ ਭਾਰਤੀ ਕਿਸਾਨਾਂ ਦੀ ਹਮਾਇਤ ਵਿੱਚ ਅਤੇ ਉਹਨਾਂ ਦੀ ਹੌਸਲਾ ਅਫਜ਼ਾਈ ਕਰਨ ਲਈ ਜਲਸੇ, ਜਲੂਸ ਅਤੇ ਕਾਰ ਰੈਲੀਆਂ ਕੱਢੀਆਂ ਗਈਆਂ। ਦਸੰਬਰ 4, 2020 ਨੂੰ ਕੈਨੇਡਾ ਦੀ ਰਾਜਧਾਨੀ ਓਟਾਵਾ ਵਿਖੇ ਭਾਰਤੀ ਹਾਈ ਕਮਿਸ਼ਨ, ਜਿਹੜਾ ਭਾਰਤੀ ਦੂਤਾਵਾਸ ਆ, ਉਹਦੇ ਸਾਹਮਣੇ ਇੱਕ ਭਾਰੀ ਰੋਸ ਮੁਜ਼ਾਹਰਾ ਵੀ ਕੀਤਾ ਗਿਆ। ਕੈਨੇਡਾ ਦੇ ਪ੍ਰਧਾਨ ਮੰਤਰੀ ਸਤਿਕਾਰਯੋਗ ਜਸਟਿਨ ਟਰੂਡੋ, ਵਿਰੋਧੀ ਧਿਰ ਦੇ ਨੇਤਾ ਸਤਿਕਾਰਯੋਗ ਐਰਨ ਓਟੂਲ ਅਤੇ ਨਿਊ ਡੈਮੋਕ੍ਰੈਟਿਕ ਪਾਰਟੀ ਦੇ ਨੇਤਾ ਸਰਦਾਰ ਜਗਮੀਤ ਸਿੰਘ ਜੀ ਨੇ ਵੀ ਭਾਰਤੀ ਕਿਸਾਨਾਂ ਦੇ ਚੱਲ ਰਹੇ ਅੰਦੋਲਨ ਵਿੱਚ ਆਪਣੀ ਹਮਾਇਤ ਕੀਤੀ ਹੈ। ਤੇ ਇਹਦੇ ਵਿੱਚ ਸਰਦਾਰ ਜਗਮੀਤ ਸਿੰਘ ਹੋਣੀ, ਆਪਣੇ ਜਸਟਿਨ ਟਰੂਡੋ ਜੀ ਤੇ ਸਤਿਕਾਰਯੋਗ ਐਰਨ ਓਟੂਲ,
ਇਹਨਾਂ ਨੇ ਰਲ ਮਿਲ ਕੇ ਇਸ ਕਾਨੂੰਨ ਦਾ ਵਿਰੋਧ ਕੀਤਾ, ਕਾਲੇ ਕਾਨੂੰਨ ਦਾ, ਤੇ ਉਹਨਾਂ ਲੋਕਾਂ ਦੇ ਨਾਲ ਹਮਾਇਤ ਕੀਤੀ ਹੈ ਜਿਹੜੇ ਦਾ ਵਿਰੋਧ ਕਰਦੇ। ਕੈਨੇਡਾ ਦੇ ਕਿਸਾਨਾਂ ਨਾਲ ਸੰਬੰਧਿਤ ਰਾਸ਼ਟਰੀ ਜਥੇਬੰਦੀ ਨੇ ਵੀ ਭਾਰਤੀ ਕਿਸਾਨਾਂ ਦੇ ਹੱਕ ਵਿੱਚ ਬਿਆਨ ਦਿੱਤਾ। ਉਹਨਾਂ ਦੀ ਪ੍ਰਧਾਨ ਕੇਟੀ ਵਾਰਡ ਨੇ ਕਿਹਾ, ਅਸੀਂ ਕੈਨੇਡਾ ਵਿੱਚ ਭਾਰਤੀ ਕਿਸਾਨਾਂ ਦੀ ਜੱਦੋ-ਜਹਿਦ ਨੂੰ ਆਪਣੀ ਜੱਦੋ-ਜਹਿਦ ਸਮਝਦੇ ਹਾਂ। ਮੀਨਿੰਗ ਇੱਥੋਂ ਦੀ ਜਿਹੜੀ ਪੋਲੀਟੀਕਲ ਜਿਹੜਾ ਸੈਕਟਰ ਹੈ ਉਹ ਇਹ ਸਮਝਦਾ ਵੀ ਇਹ ਸਾਡਾ ਵੀ ਕੰਮ ਹੈ। ਮੀਨਿੰਗ ਉਹ ਆਪਣਾ ਹੀ ਜੱਦੋ-ਜਹਿਦ ਸਮਝਦੇ ਇਸ ਕੰਮ ਨੂੰ। ਅਸੀਂ ਉਹਨਾਂ ਦੇ ਇਸ ਚੱਲ ਰਹੇ ਅੰਦੋਲਨ ਦੇ ਹੱਕ ਵਿੱਚ ਹਾਂ, ਉਹ ਤੁਹਾਡੇ ਹੱਕ ਵਿੱਚ ਨੇ। ਉਹਨਾਂ ਦੀ ਇਸ ਮੰਗ ਦੀ ਹਮਾਇਤ ਕਰਦੇ ਹਾਂ। ਖੇਤੀਬਾੜੀ ਸੰਬੰਧੀ ਕਾਨੂੰਨਾਂ, ਨੀਤੀ ਅਤੇ ਸਰਕਾਰੀ ਕੰਮ ਕਰਨ ਦੇ ਤਰੀਕੇ ਲੱਖਾਂ ਹੀ ਛੋਟੇ-ਛੋਟੇ ਕਿਸਾਨਾਂ ਨੂੰ ਲਾਭਦਾਇਕ ਹੋਣ। ਕਾਨੂੰਨ ਉਹ ਬਣਨਾ ਚਾਹੀਦਾ ਹੈ ਜਿਹੜਾ ਸਾਰੇ ਭਾਰਤ ਵਰਸ਼ ਦੇ ਜਿਹੜੇ ਕਿਸਾਨ ਨੇ ਉਹਨਾਂ ਵਿੱਚ ਇਕੁਐਲਿਟੀ ਲੈ ਕੇ ਆਵੇ, ਮਤਲਬ ਬਰਾਬਰਤਾ ਲੈ ਕੇ ਉਹਨਾਂ ਨੂੰ ਸਕੂਨ ਦੇਵੇ, ਨਾ ਕਿ ਉਹਨਾਂ ਨੂੰ ਸੜਕਾਂ ਤੇ ਲਿਆ ਕੇ ਖੜਾ ਕਰ ਦੇਵੇ। ਠੀਕ ਹੈ ਨਾ। ਕੈਨੇਡਾ ਦੀ ਸਭ ਤੋਂ ਵੱਡੀ ਯੂਨੀਅਨ ਦੇ ਕੌਮਾਂਤਰੀ ਪ੍ਰਧਾਨ ਜੈਰੀ ਡਿਆਸ, ਇਹ ਵੀ ਇੱਥੋਂ ਦਾ ਹੀ ਇੱਕ ਲੀਡਰ ਕਹਿ ਲਈਏ ਆਪਾਂ, ਨੇ ਵੀ ਕਿਸਾਨਾਂ ਦੀ ਹਮਾਇਤ ਕੀਤੀ ਹੈ ਅਤੇ ਕਿਹਾ ਆ ਕਿਸਾਨ ਅਤੇ ਉਹਨਾਂ ਦੇ ਸਾਥੀ ਇਸ ਗੱਲ ਲਈ ਵਧਾਈ ਦੇ ਪਾਤਰ ਨੇ। ਤੁਹਾਨੂੰ ਕੈਨੇਡਾ ਦੀ ਜਿਹੜੀ ਰਾਜਨੀਤੀ ਆ, ਆਪਾਂ ਇਉਂ ਕਹਿ ਲਈਏ ਵੀ ਤੁਹਾਨੂੰ ਵਧਾਈ ਦਿੰਦੀ ਆ, ਤੁਹਾਡੇ ਲਈ ਹੌਸਲੇ ਦਾ ਲਫ਼ਜ਼ ਬੋਲਦੇ ਨੇ ਉਹ ਤੁਹਾਡੇ ਲਈ, ਜਿਹੜੇ ਇਹਨਾਂ ਗਲਤ ਕਾਨੂੰਨਾਂ ਦੇ ਖਿਲਾਫ ਡਟ ਕੇ ਖੜੇ ਹੋਏ ਹਨ ਅਤੇ ਆਪਣੀ ਆਵਾਜ਼ ਬੁਲੰਦ ਕਰ ਰਹੇ ਨੇ। ਇਸੇ ਹੀ ਯੂਨੀਅਨ ਦੀ ਸਕੱਤਰ ਅਤੇ ਖਜ਼ਾਨਚੀ ਬੀਬੀ ਲੇਨਾ ਪੀਨ ਨੇ ਕਿਹਾ, ਸਾਡੀ ਯੂਨੀਅਨ, ਜਿਸ ਦਾ ਨਾਮ ਯੂਨੀਫੋਰ ਹੈ, ਤੁਹਾਡਾ ਸਾਥ ਦੇ ਕੇ ਮਾਣ ਮਹਿਸੂਸ ਕਰਦੀ ਹੈ ਅਤੇ ਭਾਰਤੀ ਕਿਸਾਨਾਂ ਦੀ ਆਰਥਿਕ ਬਰਾਬਰਤਾ ਦੀ ਲੜਾਈ ਵਿੱਚ ਉਹਨਾਂ ਦੇ ਨਾਲ ਹੈ। ਕੈਨੇਡਾ ਦੇ ਬੁੱਧੀਜੀਵੀ ਵਰਗ, ਜਿਹੜੇ ਸਿਆਣੇ ਨੇ, ਪੜ੍ਹੇ ਲਿਖੇ ਲੋਕ ਇੱਥੋਂ ਦੇ, ਉਹਨਾਂ ਦਾ ਜਿਹੜਾ ਵਰਗ ਹੈ, ਜਿਸ ਵਿੱਚ ਯੂਨੀਵਰਸਿਟੀ ਆਫ ਟੋਰਾਂਟੋ ਸ਼ਾਮਲ ਹੈ, ਨੇ ਵੀ ਕਿਸਾਨ ਅੰਦੋਲਨ ਬਾਰੇ ਆਪਣੇ ਵਿਚਾਰ ਦਿੱਤੇ ਨੇ। ਅਰਥ ਸ਼ਾਸਤਰ ਦੇ ਇੱਕ ਪ੍ਰੋਫੈਸਰ ਰਾਜਸ਼੍ਰੀ ਜਯਾ ਰਮਨ ਜੀ ਨੇ ਕਿਹਾ ਹੈ ਕਿ ਭਾਰਤ ਸਰਕਾਰ ਵੱਲੋਂ ਬਣਾਏ ਇਹ ਕਾਨੂੰਨ ਬਹੁਤ ਗੁੰਝਲਦਾਰ ਨੇ। ਮਤਲਬ ਸਾਰਾ ਸੰਸਾਰ, ਪੜ੍ਹੇ ਲਿਖੇ ਲੋਕ ਇਹ ਕਹਿੰਦੇ ਆ ਵੀ ਇਹ ਕਾਨੂੰਨ ਗੁੰਝਲਦਾਰ ਹੈ, ਵਧੀਆ ਨਹੀਂ ਹੈਗੇ, ਇਹ ਕਾਨੂੰਨ ਜਿਹੜੇ ਆ ਕਿਸਾਨਾਂ ਦੇ ਵਿਰੋਧ ਵਿੱਚ ਨੇ, ਤੇ ਆਪਣੇ ਮੋਦੀ ਅੰਕਲ ਨੂੰ ਕਹੀ ਜਾਂਦੇ ਆ ਉਹਨਾਂ ਦੇ ਹੱਕ ਵਿੱਚ ਹੈ। ਰੱਬ ਜਾਣੇ ਵੀ ਇਹਨਾਂ ਦਾ ਦਿਮਾਗ ਕਿਹੜੇ ਗ੍ਰਹਿ ਦਾ ਬਣਿਆ ਆ। ਉਹਨਾਂ ਨੇ ਅੱਗੇ ਗੱਲ ਦਾ ਜਿਹੜਾ ਜ਼ਿਕਰ ਕੀਤਾ ਹੈ, ਉਹਨਾਂ ਅਨੁਸਾਰ ਇਹ ਪੂਰੀ ਤਰ੍ਹਾਂ ਸਮਝ ਨਹੀਂ ਆਉਂਦੀ ਕਿ ਇਹ ਕਾਨੂੰਨ ਕਿਉਂ ਬਣਾਏ ਗਏ ਅਤੇ ਕਿਸਾਨੀ ਨਾਲ ਸੰਬੰਧਿਤ ਗਰੀਬ ਲੋਕਾਂ ਨੂੰ ਇਸ ਦਾ ਫਾਇਦਾ ਕੀ ਹੋ ਸਕਦਾ ਹੈ। ਉਹਨਾਂ ਇਸ ਗੱਲ ਤੇ ਵੀ ਸ਼ੰਕਾ ਜ਼ਾਹਰ ਕੀਤਾ ਹੈ ਕਿ ਦੁਨੀਆ ਵਿੱਚ ਆਈ ਸਰਵ ਵਿਆਪੀ ਮਹਾਂਮਾਰੀ, ਆ ਜਿਹੜੀ ਕਰੋਨਾ ਦੀ ਬਿਮਾਰੀ ਫੈਲੀ ਨਾ ਸਾਰੀ ਦੁਨੀਆ 'ਚ, ਉਹਦੇ ਬਾਰੇ ਸਰਵ ਵਿਆਪੀ ਜਿਹੜੀ ਇਹ ਮਹਾਂਮਾਰੀ ਫੈਲੀ ਹੈ, ਇਹਦੇ ਦੌਰਾਨ ਇਹ ਕਾਨੂੰਨ ਬਣਾਏ ਹੀ ਕਿਉਂ ਗਏ। ਦੁਨੀਆ ਤਾਂ ਸਾਰੀ ਜਿਹੜੀ ਆ ਉਹ ਇਦਾਂ ਦੇ ਕਾਨੂੰਨ ਬਣਾ ਰਹੀ ਹੈ ਕਿ ਜਿਹਦੇ ਨਾਲ ਉਹਨਾਂ ਦੇ ਨਾਗਰਿਕਾਂ ਨੂੰ ਸਰੀਰਕ ਤੌਰ ਤੇ ਫਾਇਦੇ ਹੋਣ, ਫਿਜ਼ੀਕਲ ਇਸ਼ੂ ਨਾ ਹੋਵੇ, ਕੋਈ ਬਿਮਾਰ ਨਾ ਹੋਵੇ, ਇਦਾਂ ਦੇ ਕਾਨੂੰਨ ਬਣ ਰਹੇ। ਤੇ ਇੱਥੇ ਕਾਨੂੰਨ ਬਣਾ ਕੇ ਰੱਖ ਦਿੱਤਾ ਜਿਸ ਕਾਨੂੰਨ ਨੇ ਲੋਕਾਂ ਨੂੰ ਸੜਕ ਤੇ ਲਿਆ ਕੇ ਖੜਾ ਕੀਤਾ। ਯੂਨਾਈਟਿਡ ਨੇਸ਼ਨਸ ਦੇ ਫੂਡ ਅਤੇ ਐਗਰੀਕਲਚਰ ਵਿਭਾਗ ਅਨੁਸਾਰ ਭਾਰਤ ਦਾ ਕਿਸਾਨੀ ਖੇਤਰ, ਜੋ ਕਿ ਦੇਸ਼ ਦਾ ਸਭ ਤੋਂ ਵੱਡਾ ਰੋਜ਼ੀ ਰੋਟੀ ਦਾ ਸੋਮਾ ਹੈ, ਕੁਝ ਸਮੇਂ ਤੋਂ ਲਗਾਤਾਰ ਗਰੀਬੀ ਵੱਲ ਜਾ ਰਿਹਾ ਹੈ। ਇਸ ਸਾਰੇ ਨੂੰ ਮੁੱਖ ਰੱਖਦਿਆਂ ਅਸੀਂ ਮੰਗ ਕਰਦੇ ਹਾਂ, ਇਹ ਜਿਹੜੀਆਂ 4 ਸੰਸਥਾਵਾਂ, ਗੁਰਦੁਆਰਾ ਗੁਰੂ ਨਾਨਕ ਮਿਸ਼ਨ ਸੈਂਟਰ ਬਰੈਂਪਟਨ ਦੀ ਗੱਲ ਕਰੀਏ ਆਪਾਂ, ਗੁਰਸਿੱਖ ਸੰਗਤ ਹੈਮਿਲਟਨ, ਸਿੱਖ ਸਪਿਰਿਚੁਅਲ ਸੈਂਟਰ ਟੋਰਾਂਟੋ, ਸਿੱਖ ਮੋਟਰਸਾਈਕਲ ਕਲੱਬ ਆਫ ਕੈਨੇਡਾ, ਇਹਨਾਂ ਦੇ ਵੱਲੋਂ ਇਹ ਮੰਗ ਕੀਤੀ ਗਈ ਹੈ ਕਿ ਭਾਰਤ ਦੀ ਸਰਕਾਰ ਕਿਸਾਨਾਂ ਦੀਆਂ ਮੰਗਾਂ ਮੰਨੇ ਅਤੇ ਹਾਲ ਹੀ ਵਿੱਚ ਬਣਾਏ 3 ਖੇਤੀਬਾੜੀ ਨਾਲ ਸੰਬੰਧਿਤ ਕਾਨੂੰਨਾਂ ਨੂੰ ਇੱਕਦਮ ਰੱਦ ਕਰੇ। ਅਸੀਂ ਇਹ ਵੀ ਮੰਗ ਕਰਦੇ ਹਾਂ ਕਿ ਸਰਕਾਰ ਘੱਟੋ ਘੱਟ ਕੀਮਤ ਸੰਬੰਧੀ ਪ੍ਰਸਤਾਵ ਨੂੰ ਕਾਨੂੰਨੀ ਮਾਨਤਾ ਦੇਵੇ। ਇਹ ਕਾਨੂੰਨਾਂ ਨੂੰ ਰੱਦ ਕਰਨ ਉਪਰੰਤ ਭਾਰਤ ਦੀ ਸਰਕਾਰ ਸਾਰੇ ਪ੍ਰਾਂਤਾਂ ਦੀਆਂ ਕਿਸਾਨ ਜਥੇਬੰਦੀਆਂ ਨਾਲ ਵਿਚਾਰ ਵਟਾਂਦਰਾ ਅਤੇ ਸਲਾਹ ਕਰਨ ਉਪਰੰਤ ਉਚਿਤ ਕਾਨੂੰਨ ਬਣਾਏ ਜੋ ਸਾਰੇ ਦੇਸ਼ ਦੇ ਕਿਸਾਨਾਂ ਲਈ ਆਰਥਿਕ ਬਰਾਬਰਤਾ ਲੈ ਕੇ ਆਉਂਦੇ ਹੋਣ। ਕਾਨੂੰਨ ਉਹ ਬਣੇ ਜਿਹਦਾ ਸਾਰੇ ਭਾਰਤ ਦੇ ਕਿਸਾਨਾਂ ਨੂੰ ਫਾਇਦਾ ਹੋਵੇ। ਅਸੀਂ ਭਾਰਤ ਦੀਆਂ ਵੱਖ-ਵੱਖ ਕਿਸਾਨ ਜਥੇਬੰਦੀਆਂ ਨੂੰ ਬੇਨਤੀ ਕਰਦੇ ਹਾਂ ਕਿ ਉਹ ਇੱਕ ਸਾਂਝੀ ਸਲਾਹਕਾਰ ਕਮੇਟੀ ਬਣਾਉਣ, ਜਿਸ ਵਿੱਚ ਅੰਤਰਰਾਸ਼ਟਰੀ ਨੁਮਾਇੰਦਗੀ ਵੀ ਹੋਵੇ। ਮਤਲਬ ਭਾਰਤ ਦੇ ਜਿੰਨੇ ਕਿਸਾਨ ਆ ਉਹ ਇੱਕ ਜਥੇਬੰਦੀ ਬਣਾਉਣ, ਉਹਦੇ ਵਿੱਚ ਭਾਰਤ ਵਿੱਚੋਂ ਵੀ ਤੇ ਹੋਰ ਮੁਲਕਾਂ ਵਿੱਚੋਂ ਵੀ ਜਿਹੜੇ ਵਸਿੰਦੇ ਆ ਉੱਥੋਂ ਦੇ ਲੋਕ ਨੇ, ਉਹਨਾਂ ਨੂੰ ਵੀ ਸ਼ਾਮਲ ਕੀਤਾ ਜਾਵੇ। ਇਹ ਕਮੇਟੀ ਸਾਰੇ ਦੇਸ਼ ਦੇ ਕਿਸਾਨਾਂ ਦੀਆਂ ਖੇਤੀਬਾੜੀ ਨਾਲ ਸੰਬੰਧਿਤ ਸਾਰੇ ਵਿਸ਼ਿਆਂ ਨੂੰ ਘੋਖੇ ਅਤੇ ਭਾਰਤ ਦੀ ਸਰਕਾਰ ਨੂੰ ਸਾਰੇ ਸੁਝਾਅ ਪੇਸ਼ ਕਰੇ, ਜਿਸ ਦੇ ਫਲਸਰੂਪ ਭਾਰਤੀ ਕਿਸਾਨਾਂ ਦੀਆਂ ਸਾਰੀਆਂ ਮੁਸ਼ਕਲਾਂ ਦਾ ਸਾਂਝਾ ਹੱਲ ਹੁੰਦਾ ਹੋਵੇ ਅਤੇ ਕਿਸਾਨਾਂ ਵਿੱਚ ਆਰਥਿਕਤਾ ਬਰਾਬਰਤਾ ਹੋਵੇ। ਸੋ ਇੱਕ ਪ੍ਰੈਸ ਨੋਟ ਹੈ ਜਿਹੜਾ ਕੈਨੇਡਾ ਦੇ ਵਿੱਚ ਰਿਲੀਜ਼ ਹੋਇਆ ਅੱਜ,
ਤੇ ਅੱਜ ਇੱਥੇ 20 ਦਸੰਬਰ ਆ, 20 ਦਸੰਬਰ ਦੀ ਰਾਤ। ਤੇ ਬਸ ਆਹ ਇੱਕ ਬੇਨਤੀਆਂ ਸੀਗੀਆਂ ਵੀ ਮੈਂ ਸੋਚਿਆ ਵੀ ਜਿਹੜੇ ਸਾਡੇ ਬਜ਼ੁਰਗ ਨੇ, ਅਸੀਂ ਇੱਥੇ ਬਹੁਤ ਮਹਿਸੂਸ ਕਰਦੇ ਆ ਤੁਹਾਡੇ ਜਦੋਂ ਫੋਟੋਗ੍ਰਾਫਸ ਦੇਖੀਦੇ ਆ, ਜਿੰਨੇ ਵੀ ਤੁਸੀਂ ਵੀਰ ਭੈਣ ਭਾਈ ਇਸ ਦੇ ਵਿੱਚ ਸ਼ਮੂਲੀਅਤ ਕਰ ਰਹੇ ਆ, ਇਹ ਅਰਦਾਸ ਕਰਦੇ ਆ ਸੱਚੇ ਪਾਤਸ਼ਾਹ ਦੇ ਚਰਨਾਂ 'ਚ ਕਿ ਤੁਸੀਂ ਚੜ੍ਹਦੀ ਕਲਾ ਵਿੱਚ ਰਹੋ, ਸਹਿਣਸ਼ੀਲਤਾ ਵਿੱਚ ਰਹੋ। ਪੰਜਾਬ ਇੱਕ ਵਾਰੀ ਦੁਬਾਰਾ ਜਾਗਿਆ ਆ, ਸੱਚੇ ਪਾਤਸ਼ਾਹ ਮਿਹਰ ਕਰੇ ਕਿ ਇਸ ਤਰ੍ਹਾਂ ਇੱਕ ਜੁਟਤਾ ਵਿੱਚ ਰਹਿ ਕੇ, ਇੱਕ ਸੁਰਤਾ 'ਚ ਰਹਿ ਕੇ ਇਹ ਜਿਹੜਾ ਆਰੰਭਿਆ ਹੋਇਆ ਅੰਦੋਲਨ ਆ, ਮੋਰਚਾ ਆ, ਇਹ ਗੁਰੂ ਦੇ ਭਾਣੇ ਵਿੱਚ ਚੜ੍ਹਦੀ ਕਲਾ ਦੇ ਵਿੱਚ ਸੰਪੰਨ ਹੋਵੇ। ਉਹ ਲੋਕ ਜਿਹੜੇ ਇਸ ਮੋਰਚੇ ਨੂੰ ਬਦਨਾਮ ਕਰਦੇ ਆ, ਤਾਰ ਪੀਡੋ ਕਰਦੇ ਆ, ਉਹਨਾਂ ਨੂੰ ਵੀ ਬੇਨਤੀ ਹੈ ਵੀ ਥੋੜਾ ਜਿਹਾ ਆਪਣੇ ਦਿਮਾਗ ਦੇ ਵਿੱਚੋਂ ਉਹਨਾਂ ਤੰਤੂਆਂ ਨੂੰ ਵਿਕਸਿਤ ਕਰਕੇ ਵੇਖੋ ਕਿ ਇਹ ਕਾਨੂੰਨਾਂ ਦਾ ਸਬੰਧ ਸਿਰਫ ਸਿੱਖਾਂ ਨਾਲ ਨਹੀਂ ਹੈ। ਇਹ ਜਿਹੜਾ ਮੋਰਚਾ ਆ, ਇਹਨੂੰ ਇਸ ਨਜ਼ਰੀਏ ਨਾਲ ਨਾ ਲਿਆ ਜਾਵੇ ਵੀ ਇਹਦੇ 'ਚ ਸਿੱਖ ਕਿਉਂ ਸ਼ਮੂਲੀਅਤ ਕਰ ਰਹੇ ਨੇ। ਸਿੱਖ ਵੀ ਤੇ ਇਸ ਮੁਲਕ ਦਾ ਹਿੱਸਾ ਨੇ, ਇਹ ਵੀ ਤੇ ਉਹਨਾਂ ਦੇ ਉੱਤੇ ਵੀ ਤੇ ਕਾਨੂੰਨ ਲਾਗੂ ਹੋਏ ਨੇ। ਪੰਜਾਬ ਨੂੰ ਵੀ ਤੇ ਇੱਕ ਸਟੇਟ ਆ ਨਾ ਇਸ ਹਿੱਸੇ ਦੀ। ਸੋ ਤੁਹਾਨੂੰ ਬੇਨਤੀ ਹੈ ਵੀ ਇਦਾਂ ਦੀਆਂ ਵਿਚਾਰਾਂ ਕਰਨ ਨਾਲੋਂ ਇੱਕ ਸਾਰਥਕ ਵਿਚਾਰ ਕੀਤਾ ਜਾਵੇ, ਜਿਹਦੇ ਨਾਲ ਇਸ ਵੇਲੇ ਆਪਾਂ ਨੂੰ ਜ਼ਰੂਰਤ ਹੈ ਕਿ ਰਲ ਮਿਲ ਕੇ ਇਸ ਕਾਨੂੰਨ ਨੂੰ ਰੱਦ ਕੀਤਾ ਜਾਵੇ। ਉਮੀਦ ਕਰਦੇ ਹਾਂ ਕਿ ਤੁਸੀਂ ਇਹਨਾਂ ਵਿਚਾਰਾਂ ਨੂੰ ਪਸੰਦ ਕਰੋਗੇ। ਭੁੱਲਾਂ ਦੀ ਵਾਰ-ਵਾਰ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।